सारो पावन गुरु पाणी पिता माता तरत महत दिवस रात दुदाई दाया हीलै सगल जगत चंगिया बुराया बचे धर्म दूर करमी आपू अपनी के नेड़े के दूर जिने लाम ते आया गए मसकत काल नानक ते मुखी उजले केती छुट्टी नाल जिने लाम ते आया गए मसकत काल नानक ते मुखी उजले केती छुट्टी नाल। वाहिगुरू जी का खालसा वाहिगुरू जी की श्री वाहिगुरू जी। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। चक्र चिहन अर बरन जात अर पात नहन जेहे रूप रंग अर रेख पेख को कह न सकत केहे अचल मूरत अनपहो प्रकाश अमितोज कह जय कोट इंद्र इंद्राण साहे सहान गण जय त्रिभुवन महीप सुर नर असुर नेत नेत बन तृण कहत त्वै सर्ब नाम कथय कवन कर्म नाम बरनत समत त्वै सर्ब नाम कथय कवन कर्म नाम बरनत समत। एक मन पुरख त्याय बर दाता संत सहार सदा विख्याता तास चरण ले हृदय बसावो तो परम गुरु नानक गुण गावो गावो गुण परम गुरु सुख सागर दुर्त निवारण शब्द सरे गावे गंभीर तीर मत सागर जोगी जंगम ध्यान तरे गावे इंद्राद भगत प्रहलादक आत्म रस जिन जानियो कब कल सो जस गावो गुर नानक राज जोग जिन माणियो कब कल सो जस गावो गुर नानक राज जोग जिन माणियो हम अवगुण भरे एक गुण नाहि अमृत छाड़ बिख बिख खाई माया मोह परम पै भूले सुत दारा स्यों प्रीत लगाई एक उत्तम पंथो गुर संगत तेह मिलंत जम त्रास मिटाई
ਇਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਭਾਏ। ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸੰਮਦੀ ਨੂਰ ਹਰ ਸੋ ਕੁਰ ਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਦੈ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਪੰਜਵਾ। ਕਰਮ ਧਰਮ ਪਾਖੰਡ ਜੋ ਦੀਸੈ। ਤਿਨ ਜਾਮ ਜਾਗਾ ਤੇ ਲੂਟੈ। ਨਿਰਬਾਣ ਕੀਰਤਨ ਗਾਵੋ ਕਰਤੇ ਕਾ। ਨਿਮਖ ਸਿਮਰਤ ਜਿਤ ਛੂਟੈ। ਕਰਮ ਧਰਮ ਪਾਖੰਡ ਜੋ ਦੀਸੈ। ਤਿਨ ਜਾਮ ਜਾਗਾ ਤੇ ਲੂਟੈ। ਨਿਰਬਾਣ ਕੀਰਤਨ ਗਾਵੋ ਕਰਤੇ ਕਾ। ਨਿਮਖ ਸਿਮਰਤ ਜਿਤ ਛੂਟੈ। ਸੰਤੋ ਸਾਗਰ ਪਾਰ ਉਤਰੀਐ। ਜੇ ਕੋ ਬਚਨ ਕਮਾਵੈ ਸੰਤਨ ਕਾ। ਸੋ ਗੁਰ ਪ੍ਰਸਾਦਿ ਤਰੀਐ। ਰਹਾਉ ਕੋਟ ਤੀਰਥ ਮੱਜਨ ਇਸ਼ਨਾਨਾ। ਇਸ ਕਾਲ ਮਹਿ ਮੈਲ ਪਰੀਜੈ। ਸਾਧ ਸੰਗ ਜੋ ਹਰ ਗੁਣ ਗਾਵੈ। ਸੋ ਨਿਰਮਲ ਕਰ ਲੀਜੈ। ਵੇਦ ਕਤੇਵ ਸਿਮਰਤ ਸਭ ਸਾਸਤ। ਇਨ ਪੜਿਆ ਮੁਕਤ ਨਾ ਹੋਏ। ਏਕ ਅੱਖਰ ਜੋ ਗੁਰਮੁਖ ਜਾਪੈ। ਤਿਸ ਕੇ ਨਿਰਮਲ ਸੋਏ। ਖੱਤਰੀ ਬ੍ਰਾਹਮਣ ਸੂਦ ਵੈਸ। ਉਪਦੇਸ਼ ਚਹੁਬਰ ਨਾ ਕਉ ਸਾਂਝਾ। ਗੁਰਮੁਖ ਨਾਮ ਜਪੈ ਉਧਰੈ ਸੋ ਕਾਲ ਮਹਿ। ਘਾਟ ਘਾਟ ਨਾਨਕ ਮਾਝਾ। ਖੱਤਰੀ ਬ੍ਰਾਹਮਣ ਸੂਦ ਵੈਸ। ਉਪਦੇਸ਼
ਚਹੁਬਰ ਨਾ ਕਉ ਸਾਂਝਾ ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮਹਿ ਘਾਟ ਘਾਟ ਨਾਨਕ ਮਾਝਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆ ਭਾਗਾਂ ਵਾਲੇ ਹੋ। ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ। ਵੱਡਿਆਂ ਭਾਗਾਂ ਵਾਲੇ ਹੋ, ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਮਾਣ ਰਹੇ ਹੋ। ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਗੁਰ ਸ਼ਬਦ ਦੀ ਕਥਾ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ ਹੋ। ਗੁਰਬਾਣੀ ਦੇ ਕੀਰਤਨ ਦੁਆਰਾ ਜਦੋਂ ਮਨੋਬਿਰਤੀਆਂ ਸ਼ਾਂਤ ਹੋ ਜਾਂਦੀਆਂ ਹਨ, ਫਿਰ ਗੁਰਬਾਣੀ ਦੀ ਵਿਚਾਰ ਦੁਆਰਾ ਉਸ ਸੁਰਤੀ ਨੂੰ ਘੜਿਆ ਜਾਂਦਾ ਹੈ। ਸ਼ਬਦ ਦੀ ਵਿਚਾਰ ਇੱਕ ਐਸੀ ਟਕਸਾਲ ਹੈ ਜਿਹਦੇ ਵਿੱਚ ਸੁਰਤ ਘੜੀ ਜਾਂਦੀ ਹੈ, ਜਿਹਦੇ 'ਚ ਮਨ ਘੜਿਆ ਜਾਂਦਾ ਹੈ। ਗਰੀਬ ਨਵਾਜ ਸਤਿਗੁਰਾਂ ਨੇ ਤਰਸ ਕਰਕੇ ਅੱਜ ਅੰਮ੍ਰਿਤ ਵੇਲੇ ਪਾਵਨ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਸਾਹਿਬ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਪੰਜਵਾ। ਕਰਮ ਧਰਮ ਪਾਖੰਡ ਜੋ ਦਿਸਹਿ ਤਿਨ ਜਮ ਜਾਗਾਤੀ ਲੂਟੈ। ਸੋਹੀ ਰਾਗ ਹੈ ਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਗਿਆ ਪਾਵਨ ਸ਼ਬਦ ਹੈ। ਪਖੰਡ ਕਰਕੇ ਵਿਖਾਵਾ ਕਰਕੇ ਕੀਤੇ ਗਏ ਜਿਤਨੇ ਵੀ ਕਰਮ ਧਰਮ ਨੇ, ਜੋ ਮਨ 'ਚ ਵਿਖਾਵੇ ਦੀ ਬਿਰਤੀ ਧਾਰਨ ਕਰਕੇ ਕੀਤੇ ਜਾਣ। ਵਿਖਾਵਾ ਕਰਕੇ ਮੈਂ ਬਾਹਰੋਂ ਧਾਰਮਿਕ ਲਿਬਾਸ ਧਾਰਨ ਕਰਾਂ, ਵਿਖਾਵੇ ਵਾਸਤੇ ਬਾਹਰੋਂ ਮਾਲਾ ਫੜ ਕੇ ਰੱਬ ਰੱਬ ਕਰਾਂ, ਵਿਖਾਵੇ ਵਾਸਤੇ ਤੀਰਥਾਂ ਦਾ ਰਟਨ ਕਰਾਂ, ਵਿਖਾਵੇ ਵਾਸਤੇ ਮੈਂ ਲੋਕਾਂ ਦੇ ਭੁੱਖਿਆਂ ਵਾਸਤੇ ਲੰਗਰ ਦਾ ਪ੍ਰਬੰਧ ਕਰਾਂ, ਵਿਖਾਵੇ ਵਾਸਤੇ ਕਿਸੇ ਪਿਆਸੇ ਨੂੰ ਪਾਣੀ ਪਿਲਾਵਾਂ। ਜਿਹੜਾ ਕਰਮ ਵਿਖਾਵੇ 'ਚ ਕੀਤਾ ਜਾਏਗਾ ਉਹ ਪਖੰਡ ਹੈ। ਅਸੀਂ ਕੋਈ ਵੀ ਕਰਮ ਕਰਦੇ ਹਾਂ, ਕਿਸੇ ਤੇ ਅਹਿਸਾਨ ਨਹੀਂ ਹੈ ਕਿ ਅਸੀਂ ਵਿਖਾਵਾ ਕਰੀਏ ਤੇ ਲੋਕ ਸਾਡੀ ਸੋਭਾ ਕਰਨ, ਸਾਡੀ ਵਡਿਆਈ ਕਰਨ। ਕੋਈ ਵੀ ਕਰਮ ਜਾਂ ਕੋਈ ਵੀ ਧਰਮ ਅਸੀਂ ਗ੍ਰਹਿਣ ਕਰ ਰਹੇ ਹਾਂ, ਉਹ ਸਾਡੇ ਆਪੇ ਦੀ ਕਲਿਆਣ ਵਾਸਤੇ। ਇੱਥੋਂ ਤੱਕ ਕਹਿੰਦੇ ਸੁਣੀਦਾ ਹੈ ਲੋਕਾਂ ਪਾਸੋਂ, ਜੀ ਮੈਂ ਤਾਂ ਸਵੇਰੇ ਵੀ ਨਿਤਨੇਮ ਕਰਦਾ ਜੀ, ਮੈਂ ਤਾਂ ਦੁਪਹਿਰੀ ਵੀ ਸੁਖਮਣੀ ਸਾਹਿਬ ਪੜ੍ਹ ਲੈਣਾ, ਸਮਾਂ ਲੱਗੇ ਤੇ ਸ਼ਾਮ ਨੂੰ ਵੀ 3-4 ਪਾਠ ਸੁਖਮਣੀ ਸਾਹਿਬ ਦੇ ਕਰ ਲੈਣਾ। ਕਿਸੇ ਨੂੰ ਦੱਸ ਕੇ ਤੂੰ ਉਹਦੇ ਤੇ ਸਾਨ ਥੋੜੀ ਕਰ ਰਿਹਾ ਵੀ ਜੇ ਤੂੰ ਕਰ ਲੈਣਾ ਆਪਣੇ ਭਲੇ ਵਾਸਤੇ ਕਰਦਾ, ਇਹਦੇ ਵਿੱਚ ਕਿਸੇ ਦਾ ਕੀ ਸਾਨ ਹੈ ਭਾਈ। ਜੇ ਮੈਂ ਹੁਣ ਪ੍ਰਸ਼ਾਦਾ ਛਕਦਾ ਤੇ ਆਪਣੇ ਭਲੇ ਵਾਸਤੇ ਛਕ ਰਿਹਾ ਨਾ। ਪ੍ਰਸ਼ਾਦਾ ਛਕ ਕੇ ਮੇਰਾ ਕਿਸੇ ਤੇ ਅਹਿਸਾਨ ਤਾਂ ਨਹੀਂ ਵੀ ਕਿਸੇ ਨੂੰ ਮੈਂ ਕਹਿੰਦਾ ਫਿਰਾਂ ਮੈਂ ਤਾਂ ਸਵੇਰੇ ਵੀ 5-7 ਰੋਟੀਆਂ ਖਾ ਲੈਣਾ, ਦੁਪਹਿਰੀ ਵੀ ਖਾ ਲੈਣਾ, ਸ਼ਾਮ ਨੂੰ ਵੀ ਖਾ ਲੈਣਾ। ਉਹਨੇ ਕਹਿਣਾ ਭਰਾਵਾ ਮੇਰੇ ਤੇ ਕਿਹੜਾ ਅਹਿਸਾਨ ਹੈ।
ਅੱਜ ਦਾ ਵਰਤਾਰਾ ਹੀ ਇਹ ਵਰਤ ਚੁੱਕਾ। ਮੈਂ ਤਾਂ ਯਾਤਰਾ ਲੈ ਕੇ ਜਾਣਾ ਹੇਮਕੁੰਟ ਸਾਹਿਬ, ਬੜੇ ਸਾਲ ਹੋ ਗਏ ਨੇ। ਮੈਂ ਅੰਮ੍ਰਿਤਸਰ ਸਾਹਿਬ ਵੀ ਜਾਣਾ, ਹਜੂਰ ਸਾਹਿਬ ਮੈਂ ਕਈ ਵਾਰੀ ਯਾਤਰਾ ਲੈ ਕੇ ਗਿਆ। ਮੈਂ ਤਾਂ ਲੋਕਾਂ ਦੀਆਂ ਟਿਕਟਾਂ ਵੀ ਆਪਣੇ ਕੋਲੋਂ ਖਰਚਦਾ। ਕਿਹੜਾ ਕਿਸੇ ਤੇ ਸਾਨ ਹੈ ਵੀ ਤੂੰ ਆਪਣੇ ਵਾਸਤੇ ਕਰਦਾ ਨਾ। ਦੱਸਣ ਦੀ ਕੀ ਲੋੜ ਹੈ, ਬੋਲ ਕੇ ਕਹਿ ਕੇ ਪ੍ਰਚਾਰ ਕਰਨ ਦੀ ਕੀ ਲੋੜ ਹੈ। ਇਹਦਾ ਮਤਲਬ ਹੁੰਦਾ ਕਿ ਮੈਂ ਬਦਲੇ ਵਿੱਚ ਕੁਝ ਚਾਹ ਰਿਹਾ ਤੇ ਉਹ ਹੈ ਵਡਿਆਈ, ਸੋਭਾ। ਲੋਕ ਆਖਣ ਜੀ ਵਾਹ ਜੀ ਵਾਹ, ਕਮਾਲ ਦਾ ਬੰਦਾ। ਜਿਹੜਾ ਵਿਖਾਵੇ ਸਹਿਤ ਕੀਤਾ ਗਿਆ ਕਰਮ ਧਰਮ ਹੈ ਉਹਨੂੰ ਪਖੰਡ ਕਹਿੰਦੇ ਹਨ। ਉਹ ਪਖੰਡ ਹੈ। ਔਰ ਇਹੋ ਜਿਹਾ ਜਿਹੜਾ ਪਖੰਡ ਹੈ, ਇਹੋ ਜਿਹੇ ਜਿਹੜੇ ਪਖੰਡ ਸਹਿਤ ਕੀਤੇ ਗਏ ਕਰਮ ਧਰਮ ਨੇ, ਮਹਾਰਾਜ ਜੀ ਕਹਿੰਦੇ ਹੋ ਜੰਮਾਂ ਨੇ ਜੁਗਾਤ ਵਜੋਂ ਲੁੱਟ ਲੈਣੇ ਹਨ। ਤਿੰਨ ਜੰਮ ਜਗਾਤੀ ਲੁੱਟਾ। ਜੰਮਾਂ ਨੇ ਜਗਾਤ ਵਜੋਂ, ਜਗਾਤ ਕਹਿੰਦੇ ਨੇ ਟੈਕਸ, ਕਰ, ਮਸੂਲ, ਜਜੀਆ। ਕਹਿੰਦੇ ਜੰਮਾਂ ਨੇ ਜਜੀਆ ਲਾ ਕੇ ਤੇਰੇ ਕੋਲੋਂ ਉਹ ਸਾਰੇ ਕਰਮ ਧਰਮ ਖੋਹ ਲੈਣੇ, ਉਹਦਾ ਤੈਨੂੰ ਕੋਈ ਲਾਭ ਨਹੀਂ ਹੋਣਾ। ਅਸੀਂ ਕੋਈ ਵੀ ਕਰਮ ਕਰੀਏ ਸਾਡੇ ਅੰਤਸ਼ਕਰਨ ਦੀ ਸ਼ੁੱਧੀ ਵਾਸਤੇ ਹੈ। ਕੋਈ ਵੀ ਕਰਮ ਕਰਦੇ ਆ ਉਹ ਸਾਡੇ ਅੰਤःਕਰਨ ਦੀ ਸ਼ੁੱਧੀ ਵਾਸਤੇ ਹੈ। ਜੇ ਉਹ ਨਿਸ਼ਕਾਮ ਹੋ ਕੇ ਕਰੀਏ, ਕਾਮਨਾ ਰਹਿਤ ਹੋ ਕੇ ਕਰੀਏ, ਵਿਖਾਵੇ ਤੋਂ ਰਹਿਤ ਹੋ ਕੇ ਕਰੀਏ ਤਾਂ ਉਹ ਅੰਤਸ਼ਕਰਨ ਦੀ ਸ਼ੁੱਧੀ ਕਰਦਾ ਕੋਈ ਵੀ ਕਰਮ ਹੈ। ਤੇ ਜੇ ਕਾਮਨਾ ਰੱਖ ਕੇ ਕਰਮ ਕਰ ਰਹੇ ਆ ਜਾਂ ਵਿਖਾਵੇ ਦੀ ਬਿਰਤੀ ਰੱਖ ਕੇ ਕਰ ਰਹੇ ਆ ਤੇ ਫਿਰ ਉਸ ਕੀਤੇ ਕਰਮ ਦਾ ਅੰਤਸ਼ਕਰਨ ਤੇ ਕੋਈ ਅਸਰ ਨਹੀਂ ਹੋਣਾ। ਨਿਸ਼ਕਾਮ ਕਰਮ ਹੀ ਸਾਡੇ ਅੰਤਸ਼ਕਰਨ ਦੀ ਸ਼ੁੱਧੀ ਦਾ ਸਾਧਨ ਹੈ। ਹੋਰ ਕੋਈ ਤਰੀਕਾ ਨਹੀਂ ਅੰਤਸ਼ਕਰਨ ਨੂੰ ਸ਼ੁੱਧ ਕਰਨ ਦਾ। ਤੁਸੀਂ ਨਿਤਨੇਮ ਕਰੋ, ਬਾਣੀ ਪੜੋ, ਸਿਮਰਨ ਕਰੋ, ਕਾਮਨਾ ਰਹਿਤ ਹੋ ਕੇ ਕਰੋਗੇ ਤੇ ਤੁਹਾਡਾ ਅੰਤਸ਼ਕਰਨ ਸ਼ੁੱਧ ਹੋਵੇਗਾ, ਹਿਰਦਾ ਪਵਿੱਤਰ ਹੋਵੇਗਾ। ਤੇ ਜੇ ਕਾਮਨਾ ਰੱਖ ਕੇ ਕਰਾਂਗੇ ਤੇ ਫਿਰ ਅੰਤਸ਼ਕਰਨ ਦੀ ਸ਼ੁੱਧੀ ਨਹੀਂ ਹੋਣੀ। ਕਾਮਨਾ ਭਾਵੇਂ ਪੂਰੀ ਹੋ ਜਾਏ ਪਰ ਅੰਤਸ਼ਕਰਨ ਦੀ ਸ਼ੁੱਧੀ ਨਹੀਂ ਹੋਣੀ। ਤੇ ਜਦੋਂ ਤੱਕ ਅੰਤःਕਰਨ ਦੀ ਸ਼ੁੱਧੀ ਨਹੀਂ ਹੁੰਦੀ, ਮਨ ਸ਼ੁੱਧ ਨਹੀਂ ਹੁੰਦਾ, ਹਿਰਦਾ ਸ਼ੁੱਧ ਨਹੀਂ ਹੁੰਦਾ, ਉਦੋਂ ਤੱਕ ਪਾਰ ਬ੍ਰਹਮ ਪਰਮੇਸ਼ਰ ਦੇ ਸਵਰੂਪ ਦੇ ਦਰਸ਼ਨ ਨਹੀਂ ਹੋ ਸਕਦੇ। ਮਲੀਨ ਸ਼ੀਸ਼ੇ 'ਚ ਸ਼ਕਲ ਨਜ਼ਰ ਨਹੀਂ ਆਉਂਦੀ। ਸ਼ੀਸ਼ੇ ਤੇ ਥੰਦਾ ਲੱਗਾ ਹੋਵੇ, ਸ਼ੀਸ਼ੇ ਤੇ ਹੱਥ ਮੈਲੇ ਕਰਕੇ ਲਾਏ ਹੋਣ, ਉਹਦੇ 'ਚ ਆਪਣੀ ਸ਼ਕਲ ਨਹੀਂ ਦਿਸਦੀ ਜਦੋਂ ਤੱਕ ਉਹਨੂੰ ਸਾਫ਼ ਨਾ ਕੀਤਾ ਜਾਏ। ਅੰਤःਕਰਨ ਵਿੱਚ ਪਰਮਾਤਮਾ ਦਾ ਪ੍ਰਤੀਬਿੰਬ ਹੈ, ਅਕਾਲ ਪੁਰਖ ਦਾ। ਉਹ ਪ੍ਰਤੀਬਿੰਬ ਉਦੋਂ ਨਜ਼ਰ ਆਉਣਾ ਜਦੋਂ ਅੰਤਸ਼ਕਰਨ ਦੀ ਸ਼ੁੱਧੀ ਹੋਵੇਗੀ। ਤੋ ਪਾਤਸ਼ਾਹ ਸਾਨੂੰ ਸੰਬੋਧਨ ਕਰਕੇ ਕਹਿੰਦੇ ਭਾਈ ਪਖੰਡ ਸਹਿਤ ਕੀਤੇ ਗਏ ਕਰਮ ਧਰਮ, ਪਖੰਡ ਸਹਿਤ। ਕਲੀ ਕਾਲ ਦਾ ਸਮਾਂ ਭਾਈ, ਇੱਥੇ ਪਖੰਡ ਦੀ ਬੜੀ ਪੂਜਾ ਹੁੰਦੀ। ਕੋਈ ਵਿਖਾਵਾ ਜਿਹਾ ਕਰੇ ਤੇ ਲੋਕ ਬੜੀ ਸੋਭਾ ਕਰਦੇ। ਅੱਜ ਕੱਲ੍ਹ ਸਮਾਂ ਹੀ ਵਿਖਾਵੇ ਦਾ ਹੈ। ਜਿਹੜਾ ਵਿਖਾਵਾ ਨਹੀਂ ਕਰਦਾ ਉਹਨੂੰ ਤਾਂ ਲੋਕ ਕਹਿੰਦੇ ਆ ਭਾਈ ਇਹ ਤਾਂ ਉਦਾਂ ਹੀ ਹੈ। ਵਿਖਾਵੇ ਦਾ ਯੁੱਗ ਹੈ। ਕਿਸੇ ਇੱਕ ਨੂੰ 2 ਸੇਰ ਆਟਾ ਦੇ ਕੇ ਵੀ ਲੋਕ ਵੀਡੀਓ ਬਣਾ ਕੇ ਪ੍ਰਚਾਰ ਕਰਦੇ, ਵੇਖੋ ਜੀ ਅਸੀਂ ਪਰਉਪਕਾਰ ਪੇ ਕਰਦੇ ਹਾਂ। ਵਿਖਾਵੇ ਦਾ ਯੁੱਗ ਹੈ। ਔਰ 2 ਸੇਰ ਆਟਾ ਦੇ ਕੇ ਬਦਲੇ 'ਚ 2 ਕੁਆਂਟਲ ਇਕੱਠਾ ਕਰਕੇ ਜਿਹੜਾ ਘਰ ਰੱਖ ਲੈਣਾ, ਉਹਦੇ ਬਾਰੇ ਕੋਈ ਹਿਸਾਬ ਕਿਤਾਬ ਨਹੀਂ ਹੈ। ਵਿਖਾਵਾ ਇਹ ਕਰਨਾ ਵੀ ਅਸੀਂ ਦਾਨ ਪੇ ਕਰਦੇ ਹਾਂ। ਸਮਾਂ ਐਸਾ ਵਰਤਾਰੇ ਦਾ, ਇਹ ਪਖੰਡ ਦਾ ਸਮਾਂ, ਜਿੱਥੇ ਲੋਕਾਂ ਨੂੰ ਜੇ ਕਹੋ ਜੀ ਭਾਈ ਤੁਸੀਂ ਇਹ ਵਿਖਾਵਾ ਕਿਉਂ ਕਰਦੇ ਹੋ 2 ਸੇਰ ਆਟਾ ਦੇ ਕੇ, ਕਹਿੰਦੇ ਜੀ ਫਿਰ ਜੇ ਦੱਸੀਏ ਨਾ ਲੋਕਾਂ ਨੂੰ ਤੇ ਲੋਕਾਂ ਨੂੰ ਪਤਾ ਕਿਵੇਂ ਚੱਲੇ ਵੀ ਸਾਡੀ ਸੰਸਥਾ ਇੰਨੇ ਕੰਮ ਚੰਗੇ ਪੇ ਕਰਦੀ ਹੈ। ਭਾਈ ਪਰਮੇਸ਼ਰ ਦੀ ਦ੍ਰਿਸ਼ਟੀ ਵਿੱਚ ਖਰੇ ਉਤਰੋ ਕਿ ਅਕਾਲ ਪੁਰਖ ਪਰਮੇਸ਼ਰ ਦੀ ਦ੍ਰਿਸ਼ਟੀ ਵਿੱਚ ਖਰੇ ਹੋ ਕਿ ਜਿਹੜੇ ਕਰਮ ਕਰ ਰਹੇ ਹੋ ਉਹਦੀ ਨਿਗਾਹ ਵਿੱਚ ਨਹੀਂ ਹਨ। ਜੇ ਉਹਦੀ ਨਿਗਾਹ ਵਿੱਚ ਹੈਣ, ਮਨ 'ਚ ਯਕੀਨ ਹੈ ਵੀ ਪਰਮੇਸ਼ਰ ਪਿਆ ਵੇਖਦਾ, ਫਿਰ ਬੰਦਿਆਂ ਨੂੰ ਵਿਖਾਉਣ ਦੀ ਲੋੜ ਨਹੀਂ ਰਹਿ ਜਾਂਦੀ, ਲੋਕਾਂ ਨੂੰ ਵਿਖਾਉਣ ਦੀ ਲੋੜ ਨਹੀਂ ਰਹਿ ਜਾਂਦੀ। ਸਮਾਂ ਇਹ ਹੈ ਸੰਸਾਰ ਦਾ ਕਿ ਹਰ ਇੱਕ ਵਿਖਾਵਾ ਕਰਨਾ ਚਾਹੁੰਦਾ। ਮੇਰੀ ਸੰਸਥਾ ਦਾ ਵਿਖਾਵਾ ਹੋਵੇ, ਮੇਰੀ ਜਥੇਬੰਦੀ ਦਾ ਵਿਖਾਵਾ ਹੋਵੇ, ਅਸੀਂ ਆਹ ਪੇ ਕਰਦੇ ਹਾਂ, ਆਹ ਵੀ ਪੇ ਕਰਦੇ ਹਾਂ, ਲੋਕਾਂ ਨੂੰ ਦੱਸੀਏ। ਇਹ ਸਭ ਧੰਦੇ ਪਿੱਟੇ ਜਾ ਰਹੇ ਨੇ, ਪਖੰਡ ਸਹਿਤ ਕੀਤੇ ਜਾ ਰਹੇ ਨੇ। ਪਰਉਪਕਾਰੀ ਬਿਰਤੀ ਰੱਖਣ ਵਾਲੇ ਕਦੇ ਫੁੱਲ ਨੇ ਸੁਗੰਧੀ ਦੇ ਕੇ ਕਿਸੇ ਨੂੰ ਜਤਾਇਆ ਨਹੀਂ ਮੈਂ ਸੁਗੰਧੀ ਪਿਆ ਦਿੰਨਾ।
ਕਿਸੇ ਫਲਦਾਰ ਦਰਖਤ ਨੇ ਵੱਟੇ ਖਾ ਕੇ ਵੀ ਕਿਸੇ ਨੂੰ ਫਲ ਦਿੰਦਿਆਂ ਕਿਸੇ ਨੂੰ ਨਹੀਂ ਆਖਿਆ ਮੈਂ ਲੋਕਾਂ ਨੂੰ ਫਲ ਦਿੰਨਾ, ਮੇਰਾ ਇਹਨਾਂ ਤੇ ਅਹਿਸਾਨ ਹੈ। ਉਹ ਬੋਲ ਕੇ ਤਾਂ ਨਹੀਂ ਦੱਸਦੇ, ਫਲ ਵੀ ਦੇਈ ਜਾਂਦੇ ਐ, ਲੋਕਾਂ ਦੇ ਬੱਚਿਆਂ ਦੇ ਪੱਥਰ ਵੀ ਸਹਿੰਦੇ ਐ, ਡਾਂਗਾ ਸੋਟੇ ਵੀ ਸਹਿੰਦੇ ਐ, ਕੁਹਾੜਿਆਂ ਤੱਕ ਦਾ ਵਾਰ ਆਪਣੇ ਤਨ ਤੇ ਚੱਲਦੇ ਐ, ਫਿਰ ਵੀ ਲੋਕਾਂ ਨੂੰ ਫਲ ਦੇ ਕੇ ਉਹਨਾਂ ਦਾ ਭਲਾ ਕਰਦੇ ਆ, ਬਦਲੇ 'ਚ ਕਾਂਖਾ ਨਹੀਂ ਰੱਖਦੇ ਵੀ ਸਾਡੀ ਸੋਭਾ ਕਰਨ। ਪਰਉਪਕਾਰੀ ਬਿਰਤੀ ਰੱਖਣ ਵਾਲੇ ਮਨੁੱਖ ਫਲਦਾਰ ਦਰਖਤਾਂ ਦੇ ਸਮਾਨ ਹੁੰਦੇ ਹਨ, ਉਹਨਾਂ ਨੂੰ ਵਿਖਾਵਾ ਕਰਨੇ ਦੀ ਜ਼ਰੂਰਤ ਨਹੀਂ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਵਿਖਾਵੇ ਸਹਿਤ ਕੀਤੇ ਗਏ ਕਰਮ ਧਰਮ ਨੇ ਉਹਨਾਂ ਨੂੰ ਜੰਮਾਂ ਨੇ ਜੁਗਾਤ ਵਜੋਂ ਲੁੱਟ ਲੈਣਾ ਹੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਉਹ ਜੋ ਆਦਤਾਂ ਤੋਂ ਰਹਿਤ ਨਿਰਵਾਣ ਇੱਕ ਰਸ ਪਦਵੀ ਦਾ ਮਾਲਕ ਪਰਮੇਸ਼ਰ ਹੈ। ਨਿਰਵਾਣ ਕਹਿੰਦੇ ਜਿਹੜਾ ਸਦਾ ਇੱਕੋ ਜਿਹਾ ਰਹੇ, ਜਿਹੜਾ ਸਦਾ ਇੱਕੋ ਜਿਹਾ ਰਹੇ ਉਹਨੂੰ ਕਹਿੰਦੇ ਨੇ ਨਿਰਵਾਣ। ਪਰਮੇਸ਼ਰ ਨਿਰਵਾਣ ਹੈ, ਉਹ ਸਦਾ ਇੱਕੋ ਜਿਹਾ। ਕਰੋੜਾਂ ਯੁੱਗਾਂ ਪਹਿਲਾਂ ਜਿਹੋ ਜਿਹਾ ਸੀ ਅੱਜ ਵੀ ਉਸੇ ਤਰ੍ਹਾਂ ਦਾ, ਤੇ ਕਰੋੜਾਂ ਯੁੱਗਾਂ ਬਾਅਦ ਵੀ ਉਹੋ ਜਿਹਾ ਹੀ ਰਹੇਗਾ, ਉਹਨੂੰ ਕਹਿੰਦੇ ਨੇ ਨਿਰਵਾਣ। ਸਾਡਾ ਜਨਮ ਤੋਂ ਲੈ ਕੇ ਇਸ ਉਮਰ ਤੱਕ ਪਹੁੰਚਦਿਆਂ ਸਰੀਰ ਕਿਤਨੀ ਵੇਰੀ ਬਦਲਿਆ, ਸੁਭਾਅ ਕਿਤਨੀ ਵੇਰੀ ਬਦਲਿਆ, ਪ੍ਰਕਿਰਤੀਆਂ ਕਿਤਨੀ ਵੇਰੀ ਬਦਲੀਆਂ ਨੇ ਸਰੀਰਾਂ ਦੀਆਂ। ਬਦਲਦੇ ਆ ਨਾ, ਜਿਹੜੀ ਚੀਜ਼ ਬਦਲਦੀ ਆ ਉਹ ਬਿਨਸਦੀ ਵੀ ਹੈ। ਪਰਮੇਸ਼ਰ ਤਬਦੀਲ ਨਹੀਂ ਹੁੰਦਾ, ਬਦਲਦਾ ਨਹੀਂ, ਇਸ ਕਰਕੇ ਉਹਦਾ ਨਾਸ਼ ਵੀ ਨਹੀਂ ਹੁੰਦਾ, ਉਹ ਵਿਨਾਸ਼ੀ ਹੈ। ਸदैव ਇੱਕੋ ਜਿਹਾ ਰਹਿਣ ਵਾਲਾ ਹੈ, ਸਦਾ ਇੱਕ ਰਸ ਹੈ। ਸਾਡੀ ਤਾਂ ਬਿਰਤੀ ਇੱਕ ਰਸ ਨਹੀਂ ਰਹਿੰਦੀ। ਸਵੇਰੇ ਉੱਠਦਿਆਂ ਮਨ 'ਚ ਸੁਭਾਅ ਕੁਝ ਹੋਰ ਹੁੰਦਾ, ਘੰਟੇ ਕੁ ਬਾਅਦ ਹੋਰ ਹੁੰਦਾ, ਦੁਪਹਿਰ ਨੂੰ ਹੋਰ, ਸ਼ਾਮ ਨੂੰ ਹੋਰ, ਰਾਤ ਨੂੰ ਸੌਣ ਵੇਲੇ ਹੋਰ, ਸਾਰਾ ਦਿਨ ਸੁਭਾਅ ਤਬਦੀਲ ਹੁੰਦਾ ਰਹਿੰਦਾ। ਪਰਮੇਸ਼ਰ ਦਾ ਸੁਭਾਅ ਜੋ ਸਦਾ ਇੱਕ ਰਸ ਤੇ ਇੱਕੋ ਜਿਹਾ ਰਹਿੰਦਾ, ਤਤੀ ਤਵੀ ਤੇ ਬੈਠਿਆਂ ਵੀ ਵੈਸਾ ਆਨੰਦ ਹੈ ਜੈਸਾ ਗੁਰਗੱਦੀ ਦੇ ਉੱਤੇ ਬੈਠਿਆਂ, ਤਬਦੀਲ ਨਹੀਂ ਹੁੰਦਾ, ਉਹਨੂੰ ਕਹਿੰਦੇ ਨੇ ਨਿਰਵਾਣ। ਜੋ ਨਿਰਵਾਣ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹਦਾ ਕੀਰਤਨ ਗਾਵੋ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਉਸ ਕਰਤਾ ਪੁਰਖ ਪਰਮੇਸ਼ਰ ਦਾ ਨਿਰਵਾਣ ਕੀਰਤਨ ਗਾਵੋ। ਕੀਰਤਨ ਦੀ ਇਹ ਵੱਡੀ ਬਰਕਤ ਹੈ, ਪਰਮੇਸ਼ਰ ਦੇ ਕੀਰਤਨ ਦੀ ਇਹ ਵੱਡੀ ਵਡਿਆਈ ਹੈ ਕਿ ਤੁਸੀਂ ਜੇ ਨਿਮਖ ਮਾਤਰ ਸਿਮਰਨ ਵੀ ਕਰ ਲੋ ਨਾ ਵੀ ਮੈਂ ਉਹਦਾ ਕੀਰਤਨ ਕਰਨਾ, ਫੁਰਨਾ ਹੀ ਕਰ ਲੋ, ਸਿਮਰਨ ਫੁਰਨਾ ਹੀ। ਕਹਿੰਦੇ ਨਿਮਖ ਮਾਤਰ ਦਾ ਫੁਰਨਾ ਹੀ, ਸਿਮਰਨ ਹੀ ਇਹੋ ਜਿਹਾ ਬਰਕਤ ਵਾਲਾ ਹੈ ਕਿ ਤੁਸੀਂ ਕੀਰਤਨ ਕਰਨ ਦਾ ਫੁਰਨਾ ਹੀ ਕਰ ਲੋ ਤੇ ਜੰਮਾਂ ਤੋਂ ਛੁੱਟ ਸਕਦੇ ਹੋ। ਨਿਮਖ ਸਿਮਰਤ ਜਿਤ ਛੂਟੈ, ਨਿਮਖ ਮਾਤਰ ਦੇ ਸਿਮਰਨ ਦੁਆਰਾ ਹੀ ਤੇਰੀ ਬੰਦ ਖਲਾਸੀ ਹੋ ਸਕਦੀ ਹੈ, ਤੂੰ ਛੁੱਟ ਸਕਦਾ, ਤੂੰ ਜਨਮ ਮਰਨ ਤੋਂ ਮੁਕਤ ਹੋ ਸਕਦਾ। ਹਾਂਜੀ। ਸੰਤੋ ਸਾਗਰ ਪਾਰ ਉਤਰੀਐ। ਇਹ ਸੰਤ ਜਨੋ, ਸੰਤੋ ਇੱਥੇ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਦੇ ਪਾਤਸ਼ਾਹ ਕਹਿ ਰਹੇ ਨੇ। ਸਤ ਸੰਗਿਓ, ਸੰਤੋ ਦਾ ਮਤਲਬ ਹੈ ਸਤ ਸੰਗਿਓ, ਸਤ ਸੰਗ ਕਰਨ ਵਾਲਿਓ। ਇਹ ਸਾਗਰ ਤੋਂ ਪਾਰ ਉਤਰੀਏ ਦਾ ਮਤਲਬ ਉਤਰੀਏ, ਇਸ ਭਾਵ ਸਾਗਰ ਤੋਂ ਪਾਰ ਉਤਰੀਏ। ਪੁੱਛਿਆ ਜੀ ਕਿਵੇਂ ਤਰੀਏ? ਅਗਲੀ ਪੰਕਤੀ 'ਚ ਦੱਸਦੇ ਹਨ। ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਜੇ ਕੋਈ ਸਤਿਪੁਰਸ਼ਾਂ ਮਹਾਪੁਰਸ਼ਾਂ ਦਾ ਬਚਨ ਕਮਾਵੇ, ਸਤਿਪੁਰਸ਼ਾਂ ਦਾ, ਸੰਤ ਜਨਾਂ ਦਾ ਬਚਨ ਕਮਾਵੇ, ਸਾਧੂਆਂ ਦਾ ਬਚਨ ਕਮਾਵੇ, ਕਹਿੰਦੇ ਜਿਹੜਾ ਬਚਨ ਕਮਾਉਂਦਾ ਉਹਦੇ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਉਹ ਇਸ ਭਾਵ ਸਾਗਰ ਤੋਂ ਤਰ ਜਾਂਦਾ ਹੈ। ਜੇ ਕੋ ਬਚਨ ਕਮਾਵੇ ਸੰਤਨ ਕਾ, ਸੰਤ ਜਨਾਂ ਦਾ ਬਚਨ, ਸਾਧੂਆਂ ਦਾ ਬਚਨ, ਕਬੀਰ ਜੀ ਜੈਸੇ, ਰਵਿਦਾਸ ਜੀ ਜੈਸੇ ਮਹਾਪੁਰਸ਼ਾਂ ਦੇ ਬਚਨ ਜਿਹੜਾ ਕਮਾਵੇਗਾ ਉਹਦੇ ਗੁਰੂ ਦੀ ਕਿਰਪਾ ਹੋਵੇਗੀ, ਉਹ ਇਸ ਭਵ ਸਾਗਰ ਤੋਂ, ਸੰਸਾਰ ਤੋਂ ਪਾਰ ਉਤਰੇਗਾ।
ਔਖਾ ਹੈ ਬਚਨ ਕਮਾਉਣਾ, ਕਰੜੀ ਘਾਲਣਾ, ਬਚਨ ਕਮਾਉਣ ਵਾਲੀ। ਪਰ ਇਸ ਕਰੜੀ ਘਾਲਣਾ ਨੂੰ ਜਿਹੜੇ ਘਾਲ ਲੈਂਦੇ ਨੇ ਬਚਨ ਕਮਾ ਕੇ, ਉਹਨਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਔਰ ਗੁਰੂ ਦੀ ਕਿਰਪਾ ਨਾਲ ਉਹ ਇਸ ਭਾਵ ਸਾਗਰ ਤੋਂ ਤਰਦੇ ਹਨ। ਰਹਾਉ ਕੋਟ ਤੀਰਥ ਮੱਜਨ ਇਸ਼ਨਾਨਾ, ਇਸ ਕਾਲਮ ਹੈ ਮੈਲ ਪਰੀਜੈ। ਕਹਿੰਦੇ ਕਰੋੜਾਂ ਤੀਰਥਾਂ ਤੇ ਜਾ ਕੇ ਤੂੰ ਮੱਜਨ ਇਸ਼ਨਾਨ ਕਰ ਲੈ, ਕਲੀ ਕਾਲ ਦਾ ਸਮਾਂ। ਕਹਿੰਦੇ ਤੀਰਥ ਜਾ ਕੇ ਇਸ਼ਨਾਨ ਕਰਕੇ ਵੀ ਤੇਰੇ ਅੰਤਸ਼ਕਰਣ ਵਿੱਚ ਮੈਲ ਭਰਨੀ ਹੈ। ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ ਬੰਦਾ ਬੜਾ ਚਲਾਕ ਹੈ, ਕਲਯੁਗ ਦਾ ਚਤਰਾਈ ਕਰਦਾ ਹੈ। ਕਹਿੰਦਾ ਕੋਈ ਨਹੀਂ, ਕਰ ਲੋ ਪਾਪ, ਜਾਵਾਂਗੇ 6 ਮਹੀਨਿਆਂ ਬਾਅਦ ਗੰਗਾ ਵਿੱਚ ਤੇ ਜਾ ਕੇ ਨਹਾਵਾਂਗੇ ਤੇ ਪਾਪ ਲੱਥ ਜਾਣਗੇ। ਜਾ ਕੇ ਗੰਗਾ 'ਚ ਨਹਾਤਾ, ਪਾਪ ਲਾਹ ਦਿੱਤੇ। ਫਿਰ ਆ ਕੇ ਕਰਦਾ, ਕਹਿੰਦੇ ਫਿਰ ਕਰ ਲੋ। ਕਹਿੰਦੇ ਪਹਿਲਾਂ ਤਾਂ ਹੋ ਜਾਂਦਾ ਸੀ ਏਦਾਂ ਵੀ ਪਾਪ ਕੀਤੇ ਤੇ ਗੰਗਾ 'ਚ ਨਹਾ ਕੇ ਉਤਰ ਗਏ। ਕਹਿੰਦੇ ਕਲਯੁਗ ਦਾ ਬੰਦਾ ਹੋ ਗਿਆ ਚਲਾਕ, ਤੇ ਜਿਹੜੇ ਪਾਪ ਨੇ ਉਹ ਵੀ ਹੋ ਗਏ ਨੇ ਚਲਾਕ। ਇਹ ਜਦੋਂ ਜਾਂਦਾ ਨਾ ਗੰਗਾ ਦੇ ਵਿੱਚ ਚੁੱਭਾ ਮਾਰਨ ਵਾਸਤੇ, ਤੇ ਜਿਹੜੇ ਇਹਦੇ ਕੀਤੇ ਪਾਪ ਨੇ ਉਹ ਗੰਗਾ ਵਿੱਚ ਇਹਨੂੰ ਵੜਨ ਤੋਂ ਪਹਿਲਾਂ ਹੀ ਕੰਢੇ ਤੇ ਹੀ ਬਹਿ ਜਾਂਦੇ ਆ ਵੀ ਜਾ ਤੂੰ ਕੱਲਾ ਟੁਰ ਜਾ। ਇਹ ਨਹਾ ਕੇ ਚੁੱਭਾ ਲਾ ਕੇ ਬਾਹਰ ਆਉਂਦਾ ਤੇ ਉਹ ਜਿਹੜੇ ਪਾਪ ਨੇ ਫਿਰ ਝਾਟੇ ਨੂੰ ਚਿੰਬੜ ਜਾਂਦੇ ਆ ਵੀ ਸੱਜਣਾ ਚਲਾਕ ਅਸੀਂ ਵੀ ਬੜੇ ਆ। ਉਹਨੇ ਵਿਅੰਗ ਵਿੱਚ ਇੱਕ ਬਚਨ ਲਿਖਿਆ, ਪਰ ਹੈ ਇਹੋ ਜੀ ਖੇਡ ਕਿ ਤੀਰਥਾਂ ਤੇ ਜਾ ਕੇ ਨਹਾ ਕੇ ਇਸ਼ਨਾਨ ਕਰਕੇ ਵੀ ਜੀਵ ਦੇ ਹਿਰਦੇ 'ਚ ਪਾਪ ਕਰਮਾਂ ਦੀ ਮੈਲ ਹੋਰ ਵੱਧਦੀ ਹੈ। ਕਬੀਰ ਜੀ ਮਹਾਰਾਜ ਜੀ ਨੇ ਬਚਨ ਲਿਖੇ ਹੈ ਵੀ ਜਿੰਨੇ ਕ ਲਾਏ ਉਹਦੇ ਤੋਂ ਦੁੱਗਣੇ ਹੋਰ ਚਾੜ ਲੈ। ਜਿੰਨੇ ਕਿ ਇਸ਼ਨਾਨ ਕਰਕੇ ਪਾਪਾਂ ਤੋਂ ਮੁਕਤ ਹੋਇਆ, ਉਹਨੇ ਦੁੱਗਣੇ ਹੋਰ ਪਾਪਾਂ ਸਹਿਤ ਹੋ ਗਿਆ। ਹੁਣ ਤੀਰਥਾਂ ਤੇ ਜਾ ਕੇ ਲੋਕ ਕਿਹੜਾ ਤੀਰਥਾਂ ਦੀ ਮਰਿਆਦਾ ਰੱਖਦੇ ਆ? ਜੇ ਮੰਨ ਲਓ ਕੋਈ ਤੀਰਥ ਯਾਤਰਾ ਤੇ ਜਾਂਦਾ, ਤੇ ਤੀਰਥ ਯਾਤਰਾ ਤੇ ਜਾ ਕੇ ਕੋਈ ਤੀਰਥਾਂ ਦੀ ਮਰਿਆਦਾ ਰੱਖਦੇ ਆ ਲੋਕ? ਉਹਨਾਂ ਤੀਰਥਾਂ ਦੇ ਕੰਢਿਆਂ ਦੇ ਉੱਤੇ ਜਾ ਕੇ ਵੀ ਕੋਈ ਤੀਰਥਾਂ ਦੀ ਮਰਿਆਦਾ ਨਹੀਂ ਵੀ ਅਸੀਂ ਧਰਮ ਸਥਲਾਂ ਤੇ ਆਏ ਆ। ਇਹਨਾਂ ਧਰਮ ਸਥਲਾਂ ਤੇ ਸਾਡੀਆਂ ਕੀ ਜ਼ਿੰਮੇਵਾਰੀਆਂ ਨੇ? ਉੱਥੇ ਹੀ ਗੰਦਗੀ ਖਿਲਾਰੀ ਜਾਣੀ, ਉੱਥੇ ਹੀ ਬਦਫੈਲੀਆਂ ਕਰੀ ਜਾਣੀਆਂ ਹਨ। ਖਾਲਸਾ ਜੀ ਤੀਰਥ ਸਥਾਨਾਂ ਤੇ ਜਾ ਕੇ ਉਹਨਾਂ ਤੀਰਥਾਂ ਦੀ ਮਰਿਆਦਾ ਦਾ ਪਾਲਣ ਵੀ ਤਾਂ ਕਰੇ ਕੋਈ। ਅੱਜ ਕੱਲ ਦੀ ਯਾਤਰਾ ਚੱਲ ਰਹੀ ਸ੍ਰੀ ਹੇਮਕੁੰਟ ਸਾਹਿਬ ਦੀ, ਕਿੰਨੇ ਨੌਜਵਾਨ ਮੁੰਡੇ ਮੋਟਰਸਾਈਕਲਾਂ ਤੇ ਪਟਾਕੇ ਪਾਉਂਦੇ ਜਾਂਦੇ ਆ, ਕਹਿੰਦੇ ਅਸੀਂ ਯਾਤਰਾ ਤੇ ਚੱਲੇ ਆ। ਜਾਣਾ ਚਾਹੀਦਾ, ਮਹਾਰਾਜ ਜੀ 10ਵੇਂ ਪਾਤਸ਼ਾਹ ਦਾ ਤਪ ਸਥਾਨ ਹੈ। ਕਰੋ ਯਾਤਰਾ, ਰੱਜ ਰੱਜ ਕਰੋ, ਪਰ ਮਰਿਆਦਾ ਤਾਂ ਰੱਖੋ। ਉੱਥੇ ਜਾ ਕੇ ਆਪ ਹੁਦਰੀਆਂ ਜੀਆਂ ਕਰਨੀਆਂ, ਨਾ ਭਜਨ ਕਰਨਾ ਨਾ ਬਾਣੀ ਪੜ੍ਹਨੀ, ਤੇ ਫਿਰ ਕਹਿਣ ਜੇ ਅਸੀਂ ਯਾਤਰਾ ਕਰਕੇ ਆਏ ਆ। ਇਹੋ ਜੀ ਯਾਤਰਾ ਦਾ ਲਾਭ ਨਹੀਂ ਹੋਣਾ। ਧਰਮ ਸਥਾਨਾਂ ਤੇ ਯਾਤਰਾ ਕਰਨ ਜਾਓ, ਵੱਧ ਤੋਂ ਵੱਧ ਬਾਣੀ ਪੜ੍ਹੋ, ਭਜਨ ਕਰੋ, ਉੱਥੇ ਬਦਫੈਲੀਆਂ ਨਹੀਂ ਕਰਨੀਆਂ, ਮਰਿਆਦਾ ਵਿੱਚ ਰਹਿਣਾ। ਇੱਕ ਬੰਦਾ ਹੀ ਬੇਮਰਿਆਦਾ ਟੁਰਿਆ ਫਿਰਦਾ, ਪ੍ਰਮਾਤਮਾ ਦੀ ਬਣਾਈ ਸਾਰੀ ਕੁਦਰਤ ਮਰਿਆਦਾ ਵਿੱਚ ਹੈ। ਕਿੱਡੇ ਕਿੱਡੇ ਬਲੀ ਨੇ, ਸੂਰਜ ਚੰਦਰਮਾ ਸਮੁੰਦਰ, ਕਿੱਡਾ ਕਿੱਡਾ ਬਲ ਹੈ ਇਹਨਾਂ ਵਿੱਚ, ਮਰਿਆਦਾ 'ਚ ਰਹਿੰਦੇ ਆ ਨਾ। ਸੂਰਜ ਦੀ ਆਪਣੀ ਮਰਿਆਦਾ, ਧਰਤੀ ਦੀ ਆਪਣੀ ਮਰਿਆਦਾ ਹੈ, ਇਹ ਹਵਾ ਚਲਦੀ ਇਹਦੀ ਮਰਿਆਦਾ, ਸਮੁੰਦਰ ਦੀ ਆਪਣੀ ਮਰਿਆਦਾ ਹੈ। ਇਹ ਸਭ ਮਰਿਆਦਾ ਵਿੱਚ ਟੁਰਦੇ ਹੈ। ਜਿਹੜੀ ਮਰਿਆਦਾ ਪਰਮੇਸ਼ਰ ਨੇ ਇਹਨਾਂ ਦੀ ਬਣਾਈ ਹੈ, ਮਜਾਲ ਹੈ ਉਸ ਮਰਿਆਦਾ 'ਚੋਂ ਬਾਹਰ ਹੋ ਜਾਣ। ਇੱਕ ਬੰਦਾ ਹੀ ਹੈ ਜਿਹੜਾ ਬੇਮਰਿਆਦਾ ਹੋ ਕੇ ਸਰਬ ਥਾਵਾਂ ਤੇ ਭਟਕਦਾ ਫਿਰਦਾ, ਧਰਮ ਸਥਾਨਾਂ ਤੇ ਜਾ ਕੇ ਵੀ ਮਰਿਆਦਾ ਦਾ ਖਿਆਲ ਨਹੀਂ। ਸਰੋਵਰਾਂ ਦੀਆਂ ਪਰਿਕਰਮਾਵਾਂ ਦੇ ਵਿੱਚ ਫੋਟੋਆਂ ਖਿੱਚਣ ਦੇ ਵਿੱਚ ਜਿਹੜੀ ਬਹੁਲਤਾ ਅੱਜ ਦੀ ਸਮੇਂ ਵਿੱਚ ਨਜ਼ਰ ਆ ਰਹੀ ਹੈ, ਟੇਢੇ ਟੇਢੇ ਤਰੀਕਿਆਂ ਦੇ ਨਾਲ। ਠੀਕ ਹੈ, ਕੋਈ ਯਾਦਗਾਰੀ ਕਿਸੇ ਦੇ ਚਿੱਤਰ ਲੈਣਾ ਵੀ ਮਹਾਰਾਜ ਜੀ ਦੇ ਸਥਾਨ ਤੇ ਆਏ ਆ,
ਪਰ ਉੱਥੇ ਮੋਬਾਈਲਾਂ ਦੇ ਦੁਆਰਾ ਲੋਕਾਂ ਦੂਜਿਆਂ ਨੂੰ ਵਿਖਾਣਾ ਵੀ ਅਸੀਂ ਇੱਥੇ ਯਾਤਰਾ ਕਰਨ ਆਏ ਹੋਏ ਹਾਂ। ਆਹ ਵੇਖੋ ਜੀ, ਕੋਈ ਉੱਥੇ ਸ਼ਬਦ ਦਾ ਕੀਰਤਨ ਹੋ ਰਿਹਾ ਵੀ ਤੁਹਾਡੇ ਕੰਨਾਂ ਵਿੱਚ ਸ਼ਬਦ ਪਵੇ, ਤੁਹਾਡਾ ਉਸ ਪਾਸੇ ਧਿਆਨ ਨਹੀਂ, ਕਿਸ ਪਾਸੇ ਸੁਰਤੀਆਂ ਲੱਗੀਆਂ ਹੋਈਆਂ। ਪ੍ਰਕਰਮਾਂ ਦੇ ਵਿੱਚ ਹੋਰ ਕਈ ਤਰੀਕਿਆਂ ਨਾਲ ਵੀਡੀਓ ਵਗੈਰਾ ਬਣਾ ਕਰਕੇ ਵੀ ਤੁਸੀਂ ਅਕਸਰ ਵੇਖਦੇ ਹੋਵੋਗੇ। ਇਹ ਤੀਰਥਾਂ ਦੀ ਮਰਿਆਦਾ ਨਹੀਂ ਹੈ, ਧਰਮ ਸਥਾਨਾਂ ਦੀ ਮਰਿਆਦਾ ਨਹੀਂ ਹੈ। ਬੰਦੇ ਬੇਮਰਿਆਦਾ ਹੋ ਗਏ, ਪਰਮੇਸ਼ਰ ਦਾ ਕੋਈ ਭੈ ਨਹੀਂ। ਧਰਮ ਸਥਾਨਾਂ ਤੇ ਲੋਕ ਅਕਸਰ ਭੈ ਵਿੱਚ ਰੱਖ ਕੇ, ਪਹਿਲਾਂ ਮਨ 'ਚ ਡਰ ਰੱਖ ਕੇ ਆਉਂਦੇ ਸੀ ਵੀ ਅਸੀਂ ਧਰਮ ਸਥਾਨ ਤੇ ਆਏ ਆ, ਗੁਰੂ ਘਰ ਆਏ ਆ, ਜਾਂ ਕਿਸੇ ਹੋਰ ਧਰਮ ਸਥਾਨ ਤੇ ਆਏ ਆ, ਮਨ 'ਚ ਕੋਈ ਰੱਬ ਦਾ ਭੈ, ਪਰਮੇਸ਼ਰ ਦਾ ਡਰ। ਹੁਣ ਇੱਥੇ ਆ ਕੇ ਡਰ ਲਾ ਕੇ ਸਾਰੇ ਫਿਰਦੇ ਆ, ਵਿਚਰਦੇ ਆ। ਵਿਰਲੇ ਨੇ ਜਿਹੜੇ ਗੁਰੂ ਕੇ ਭੈ ਵਿੱਚ ਵਿਚਰਦੇ ਹੋਣ। ਤੇ ਹੁਣ ਕੋਈ ਆਖੇ ਜੀ ਮੈਂ ਆ ਕੇ ਤੀਰਥ ਤੇ ਇਸ਼ਨਾਨ ਕਰ ਲਿਆ ਤੇ ਹੁਣ ਮੈਂ ਪਾਪਾਂ ਤੋਂ ਮੁਕਤ ਹੋ ਗਿਆ, ਤੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਭੁਲੇਖਾ ਕੱਢ ਦੇ, ਸਗੋਂ ਇਸ ਕਲੀ ਕਾਲ ਦੇ ਸਮੇਂ 'ਚ ਹੋਰ ਮੈਲ ਭਰ ਕੇ ਹਿਰਦੇ 'ਚ ਚੱਲਿਆ। ਕੋਟ ਤੀਰਥ ਮੱਜਨ ਇਸ਼ਨਾਨਾ, ਇਸ ਕਲ ਮਹਿ ਮੈਲ ਭਰੀਜੈ। ਕਰੋੜਾਂ ਤੀਰਥਾਂ ਤੇ ਇਸ਼ਨਾਨ ਕਰਕੇ ਇਸ ਕਲੀ ਕਾਲ ਦੇ ਸਮੇਂ ਵਿੱਚ ਜੀਵ ਦਾ ਹਿਰਦਾ ਸ਼ੁੱਧ ਨਹੀਂ ਹੁੰਦਾ, ਸਗੋਂ ਹੋਰ ਜ਼ਿਆਦਾ ਅੰਤःਕਰਨ ਮਲੀਨ ਤੇ ਮੈਲਾ ਹੋ ਰਿਹਾ ਹੈ। ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਚਰਿੱਤਰ ਲਿਖਿਆ ਆਪਣੀ ਬਾਣੀ 'ਚ ਦਸਮ ਗ੍ਰੰਥ ਸਾਹਿਬ ਵਿੱਚ। ਪੌਂਟਾ ਸਾਹਿਬ ਤੋਂ ਮਹਾਰਾਜ ਜੀ ਨੂੰ ਪਤਾ ਲੱਗਾ ਵੀ ਲਾਗੇ ਕਪਾਲ ਮੋਚਨ ਤੀਰਥ ਹੈ ਤੇ ਉੱਥੇ ਬੜਾ ਵੱਡਾ ਮੇਲਾ ਲੱਗਣਾ ਹੈ। ਉਧਰੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਸੀ, ਕੱਤਕ ਦੀ ਪੂਰਨਮਾਸ਼ੀ। ਮਹਾਰਾਜ ਜੀ ਕਹਿੰਦੇ ਚਲੋ ਸਿੱਖੋ, ਇਸ ਵਾਰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਆਪਾਂ ਕਪਾਲ ਮੋਚਨ ਚੱਲ ਕੇ ਮਨਾਈਏ, ਉੱਥੇ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ। ਕਲਗੀਧਰ ਜੀ ਪੌਂਟਾ ਸਾਹਿਬ ਤੋਂ ਕਪਾਲ ਮੋਚਨ ਆ ਗਏ। ਹੁਣ ਉੱਥੇ ਜਦੋਂ ਆਏ ਤੇ ਕੀ ਵੇਖਦੇ ਨੇ, ਕਪਾਲ ਮੋਚਨ ਤੀਰਥ ਨੇ, ਉੱਥੇ ਸਰੋਵਰ ਨੇ, ਬੜੀ ਦੁਨੀਆ ਆਉਂਦੀ ਇਸ਼ਨਾਨ ਕਰਨ। ਪਾਤਸ਼ਾਹ ਨੇ ਜਦੋਂ ਵੇਖਿਆ ਵੀ ਸਰੋਵਰਾਂ ਦੇ ਕੰਢਿਆਂ ਤੇ ਜਿਹੜੇ ਤਲਾਬ ਨੇ ਉੱਥੇ ਰਿਣ ਮੋਚਨ, ਕਪਾਲ ਮੋਚਨ, ਉਹਨਾਂ ਤਲਾਬਾਂ ਦੇ ਕੰਢਿਆਂ ਦੇ ਉੱਤੇ ਲੋਕ ਬਦਫੈਲੀਆਂ ਕਰਦੇ, ਕੋਈ ਪਿਸ਼ਾਬ ਕਰੀ ਜਾਂਦਾ, ਕੋਈ ਉੱਥੇ ਸਰੀਰ ਦੀ ਕਿਰਿਆ ਸੋਧੀ ਜਾਂਦਾ, ਕੋਈ ਮੈਲੇ ਕੁਚੈਲੇ ਕੱਪੜੇ ਉੱਥੇ ਸੁੱਟੀ ਜਾਂਦਾ। ਸਤਿਗੁਰੂ ਜੀ ਨੇ ਵੇਖਿਆ ਆਏ ਤੀਰਥ ਇਸ਼ਨਾਨ ਕਰਨ ਵਾਸਤੇ ਧਰਮ ਸਥਾਨ ਦੇ ਉੱਤੇ, ਕਰ ਇਹੋ ਜਿਹੇ ਮਾੜੇ ਕਰਮ ਰਹੇ ਐ, ਤੀਰਥ ਦੀ ਕੋਈ ਮਰਿਆਦਾ ਨਹੀਂ ਇਹਨਾਂ ਦੇ ਅੰਦਰ। ਸਤਿਗੁਰੂ ਜੀ ਨੇ 5-4 ਜਥੇ ਬਣਾਏ ਸਿੱਖਾਂ ਦੇ, ਹੁਕਮ ਕੀਤਾ ਵੀ ਤੁਸੀਂ ਪਹਿਰਾ ਲਾਣਾ, ਸਾਰਿਆਂ ਨੇ ਮੇਲੇ ਦੇ ਵਿੱਚ ਵਿਚਰਨਾ, ਵੀ ਜਿਹੜਾ ਤੁਹਾਨੂੰ ਨਜ਼ਰ ਆਵੇ ਵੀ ਕਿਸੇ ਸਰੋਵਰ ਦੇ ਕੰਢੇ ਤੇ ਕੋਈ ਪਿਸ਼ਾਬ ਪਿਆ ਕਰਦਾ, ਜਾਂ ਕੋਈ ਸਰੀਰ ਦੀ ਮਾੜੀ ਕਿਰਿਆ ਪਿਆ ਸੋਧਦਾ, ਕੋਈ ਬਦਫੈਲੀ ਪਿਆ ਕਰਦਾ, ਵੀ ਨਾਲੇ ਤਾਂ ਉਹਦਾ ਸੋਧਾ ਲਾਉਣਾ ਚੰਗੀ ਤਰ੍ਹਾਂ, ਨਾਲੇ ਉਹਦੇ ਸਿਰ ਤੋਂ ਪੱਗ ਲਾ ਲੈਣੀ। ਕਲਗੀਧਰ ਜੀ ਨੇ ਹੁਕਮ ਕੀਤਾ ਵੀ ਨਾਲੇ ਤਾਂ ਚੰਗੀ ਤਰ੍ਹਾਂ ਸੋਧਾ ਲਾਣਾ ਉਹਦਾ, ਫਿਰ ਉਹਨੂੰ ਦੱਸਣਾ ਵੀ ਆ ਵੀ ਤੈਨੂੰ ਇਹ ਚਾਹਟਾ ਛਕਾਇਆ ਕਿਸ ਗੱਲ ਕਰਕੇ ਹੈ, ਫਿਰ ਉਹਦੀ ਪੱਗ ਲਾ ਲੈਣੀ। ਕਹਿੰਦੇ ਜਦੋਂ ਉੱਥੇ ਇਸ ਤਰ੍ਹਾਂ ਕੀਤਾ, ਹੁਣ ਜਥੇ ਬਣ ਗਏ ਸਿੱਖਾਂ ਦੇ, ਜਿਹੜਾ ਕੋਈ ਉੱਥੇ ਸਰੀਰ ਦੀ ਕਿਰਿਆ ਮਲ ਮੂਤਰ ਤਿਆਗਦਾ ਨਜ਼ਰ ਆਵੇ, ਤਾਲ ਦੇ ਕੰਢੇ ਤੇ ਤੀਰਥ ਦੇ ਨੇੜੇ ਤੇੜੇ ਕੋਈ ਗੰਦਗੀ ਖਿਲਾਰਦਾ ਨਜ਼ਰ ਆਵੇ, ਜਾਂ ਕੋਈ ਹੋਰ ਮਾੜਾ ਕਰਮ ਕਰਦਾ ਨਜ਼ਰ ਆਵੇ, ਸਿੱਖਾਂ ਨੇ ਜਾਣਾ, ਜਾ ਕੇ ਪਹਿਲਾਂ ਨਾਲੇ ਉਹਨੂੰ ਚਾਹਟਾ ਛਕਾਣਾ, ਨਾਲੇ ਸਿਰ ਤੋਂ ਪੱਗ ਲਾ ਲੈਣੀ। ਤਕਰੀਬਨ ਸ਼ਾਮ ਤੱਕ 700 ਪੱਗਾਂ ਇਕੱਠੀਆਂ ਹੋ ਗਈਆਂ। 700 ਜਣੇ, 700 ਬੰਦੇ ਮਿਲੇ ਹੋਣਗੇ ਤਾਂ ਹੀ 700 ਪੱਗਾਂ ਹੋਈਆਂ ਨਾ। ਮਹਾਰਾਜ ਜੀ ਦੀ ਸੋਭਾ ਵੀ ਪ੍ਰਗਟ ਹੋਈ। ਜਿਹੜੇ ਨੇਕ ਨੀਅਤ ਲੋਕ ਸਨ ਉਹਨਾਂ ਆਖਿਆ ਕਲਗੀਧਰ ਨੇ ਬਹੁਤ ਭਲਾ ਕੀਤਾ, ਇਹਨਾਂ ਲੋਕਾਂ ਨੇ ਤੀਰਥਾਂ ਦੀ ਮਰਿਆਦਾ ਵਿਗਾੜੀ ਹੋਈ ਸੀ, ਇਹਨਾਂ ਨੂੰ ਸਜ਼ਾ ਇਸੇ ਤਰ੍ਹਾਂ ਹੀ ਮਿਲਣੀ ਚਾਹੀਦੀ ਸੀ। ਅੱਜ ਜੇ ਕਿਤੇ ਗੁਰੂ ਘਰ ਦੇ ਵਿੱਚ ਕੋਈ ਏਦਾਂ ਦੀ ਬਦਫੈਲੀ ਕਰਦਾ ਨਜ਼ਰ ਆ ਜਾਏ ਨਾ, ਉਹ ਟਿਕਟੋਕ ਦੇ ਉੱਤੇ ਨੱਚ ਟੱਪ ਕੇ ਕੋਈ ਮੂਵੀ ਬਣਾਉਂਦਾ ਹੁੰਦਾ ਵੇਖਦੇ ਦਰਬਾਰ ਦੀਆਂ ਪ੍ਰਕਰਮਾਵਾਂ ਵਿੱਚ, ਤੇ ਜੇ ਕੋਈ ਸਿੰਘ ਜਾ ਕੇ 5-7 ਚਪੇੜਾਂ ਮਾਰਦੇ ਤੇ ਕਈ ਉੱਥੇ ਆ ਕੇ ਖਲੋ ਜਾਂਦੇ ਵੀ ਤੁਸੀਂ ਕਿਉਂ ਗੁਰੂ ਘਰ ਵਿੱਚ ਆਏ ਬੰਦੇ ਨੂੰ ਕੁੱਟਦੇ, ਜੇ ਉਹ ਗੁਰੂ ਘਰ ਵਿੱਚ ਆ ਕੇ ਇਹੋ ਜਿਹੀ ਬਦਫੈਲੀ ਕਰੇ ਉਹਨੂੰ ਸਿਰੇ ਪਾਓ ਥੋੜੀ ਦੇਣਾ।
ਫਿਰ ਉਹਦੇ ਵਾਸਤੇ ਤਾਂ ਇਹੀ ਦੰਡ ਹੈ ਨਾ ਵੀ ਜਿਹਨੂੰ ਇਹ ਵੀ ਮਰਿਆਦਾ ਨਾਲੇ ਪਤਾ ਵੀ ਆ ਵੀ ਇਹ ਠੀਕ ਨਹੀਂ ਫਿਰ ਵੀ ਕਰੇ, ਤੇ ਫਿਰ ਤਾਂ ਸੋਧਾ ਲੱਗਣਾ ਹੀ ਚਾਹੀਦਾ ਹੈ ਨਾ, ਤਾਂ ਜੋ ਅੱਗੇ ਤੋਂ ਸੁਚੇਤ ਰਹਿਣ, ਸਾਵਧਾਨ ਰਹਿਣ। ਕਲਗੀਧਰ ਪਾਤਸ਼ਾਹ ਨੇ ਕਪਾਲ ਮੋਚਨ ਵਿਖੇ ਮਰਿਆਦਾ ਚਲਾਈ ਸੀ। ਧਰਮ ਸਥਾਨਾਂ ਤੇ ਤੀਰਥ ਸਥਾਨਾਂ ਦੇ ਉੱਤੇ ਆ ਕੇ ਉਹਨਾਂ ਸਥਾਨਾਂ ਦੀ ਮਰਿਆਦਾ ਨੂੰ ਮੁੱਖ ਰੱਖਣਾ ਵੀ ਇਸ ਸਥਾਨ ਦੀ ਮਰਿਆਦਾ ਕੀ ਹੈ, ਇਸ ਸਥਾਨ ਦੀ ਮਰਿਆਦਾ ਦੇ ਤਹਿਤ ਅਸੀਂ ਚੱਲਣਾ। ਜਿਸ ਜਿਸ ਸਥਾਨ ਦੀ ਜੋ ਜੋ ਮਰਿਆਦਾ ਹੈ ਉਹਦਾ ਪਾਲਣ ਕਰਨਾ ਹਰ ਇੱਕ ਦਾ ਕਰਤੱਵ ਹੈ। ਤੇ ਜੇ ਨਹੀਂ ਕਰਦੇ ਤੇ ਫਿਰ ਹਿਰਦਾ ਮਲੀਨ ਹੀ ਹੋਵੇਗਾ, ਮੈਲਾ ਹੀ ਹੋਵੇਗਾ। ਸਾਧ ਸੰਗ ਜੋ ਹਰ ਗੁਣ ਗਾਵੇ, ਸੋ ਨਿਰਮਲ ਕਰ ਲੀਜੈ। ਸਾਧ ਸੰਗ ਜੋ ਹਰ ਗੁਣ ਗਾਵੇ, ਜਿਹੜਾ ਸਾਧ ਸੰਗਤ ਵਿੱਚ ਆ ਕੇ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਗੁਣ ਗਾਵੇ, ਨਿਰੰਕਾਰ ਦੇ ਗੁਣ ਗਾਵੇ, ਮਹਾਰਾਜ ਜੀ ਕਹਿੰਦੇ ਉਹਨੂੰ ਅੰਤਸ਼ਕਰਨ ਦੀ ਉਹਦੀ ਸ਼ੁੱਧੀ ਹੁੰਦੀ ਹੈ। ਸੰਗਤ ਤੋਂ ਬਿਨਾਂ ਸੋਝੀ ਆਉਣੀ ਹੀ ਨਹੀਂ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਇੱਥੇ ਕੋਈ ਆਵੇ ਸਤ ਸੰਗੀ ਤੇ ਸਰੋਵਰ 'ਚ ਇਸ਼ਨਾਨ ਕਰੇ, ਬਾਹਰੋਂ ਬਾਹਰ ਚਲਾ ਜੇ, ਉਹਨੂੰ ਕੀ ਪਤਾ ਲੱਗਣਾ ਵੀ ਮਰਿਆਦਾ ਕੀ ਹੁੰਦੀ ਜਦੋਂ ਤੱਕ ਸੰਗਤ 'ਚ ਆ ਕੇ ਕਥਾ ਨਹੀਂ ਸੁਣਨੀ, ਕੀਰਤਨ ਨਹੀਂ ਸੁਣਦਾ। ਸੰਗਤ ਵਿੱਚ ਆ ਕੇ ਸੋਝੀ ਆਉਂਦੀ ਹੈ, ਸਾਧ ਸੰਗਤ ਵਿੱਚ ਆ ਕੇ ਪਤਾ ਲੱਗਦਾ ਗੁਰਬਾਣੀ ਦੀ ਮਰਿਆਦਾ ਕੀ ਹੈ, ਗੁਰੂ ਘਰਾਂ ਦੀ ਮਰਿਆਦਾ ਕੀ ਹੈ। ਸਤ ਸੰਗਤ ਕਰਨੀ ਅਤੀ ਜ਼ਰੂਰੀ ਹੈ। ਪਾਤਸ਼ਾਹ ਕਹਿੰਦੇ ਜਿਹੜਾ ਸਾਧ ਸੰਗਤ ਵਿੱਚ ਆ ਕੇ ਹਰੀ ਦੇ ਗੁਣ ਗਾਉਂਦਾ ਸੋ ਨਿਰਮਲ ਕਰ ਲੀਜੈ, ਉਹ ਆਪਣੇ ਅੰਤਸ਼ਕਰਨ ਨੂੰ ਨਿਰਮਲ ਸ਼ੁੱਧ ਤੇ ਪਵਿੱਤਰ ਕਰ ਲੈਂਦਾ, ਉਹਦਾ ਅੰਤःਕਰਨ ਸ਼ੁੱਧ ਹੋ ਜਾਂਦਾ ਜਿਹੜਾ ਸਤ ਸੰਗਤ ਵਿੱਚ ਆ ਕੇ ਸੰਗਤ ਕਰਦਾ ਹੈ। ਵੇਦ ਕਤੇਵ ਸਿਮ੍ਰਿਤ ਸਭ ਸਾਸ, ਇਨ ਪੜਿਆ ਮੁਕਤ ਨਾ ਹੋਈ। ਪਾਤਸ਼ਾਹ ਕਹਿੰਦੇ ਵੇਦ ਨੇ, ਕਤੇਬਾਂ ਨੇ, ਕਤੇਬਾਂ ਮੁਸਲਮਾਨਾਂ ਦੇ ਗ੍ਰੰਥ ਨੇ, ਵੇਦ ਸਨਾਤਨ ਧਰਮ ਦੇ ਗ੍ਰੰਥ ਨੇ, ਸਿਮਰਤੀਆਂ ਸ਼ਾਸਤਰ ਇਹ ਸਭ ਸਨਾਤਨ ਧਰਮ ਦੇ ਗ੍ਰੰਥ ਨੇ। ਕਹਿੰਦੇ ਜੇ ਕੋਈ ਆਖੇ ਵੀ ਇਹਨਾਂ ਨੂੰ ਪੜ੍ਹ ਲਈਏ ਤੇ ਪੜ੍ਹ ਕੇ ਮੁਕਤੀ ਹੋ ਜਾਏਗੀ, ਜੇ ਪੜ੍ਹ ਕੇ ਉਹਨੂੰ ਹਿਰਦੇ 'ਚ ਨਹੀਂ ਵਸਾਇਆ, ਜੇ ਪੜ੍ਹ ਕੇ ਉਹਦੇ ਮੁਤਾਬਕ ਚੱਲੇ ਨਹੀਂ ਤੇ ਕੱਲਾ ਪੜ੍ਹਨੇ ਮਾਤਰ ਦੇ ਨਾਲ ਮੁਕਤੀ ਤਾਂ ਨਹੀਂ ਹੋਣੀ। ਤੋਤਾ ਵੀ ਰਾਮ 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 ਕਹੀ ਜਾਂਦਾ, ਮੁਕਤ ਤਾਂ ਨਹੀਂ ਹੋ ਜਾਂਦਾ ਉਹ। ਜੇ ਉਹਨੂੰ ਪਤਾ ਹੀ ਨਹੀਂ ਵੀ ਰਾਮ ਦਾ ਅਸਲੀ ਮਤਲਬ ਕੀ ਹੈ, ਮਾਇਨਾ ਕੀ ਹੈ। ਹੁਣ ਤੋਤੇ ਨੂੰ ਕੀ ਪਤਾ ਵੀ ਰਾਮ ਦਾ ਮਤਲਬ ਹੁੰਦਾ ਜਿਹੜਾ ਸਰਬ ਥਾਂ ਹੀ ਰਮਿਆ ਹੋਇਆ, ਜ਼ਰਰੇ ਜ਼ਰਰੇ ਵਿੱਚ, ਕਣ ਕਣ ਵਿੱਚ ਰਮਿਆ ਹੋਇਆ। ਮਨੁੱਖ ਜਪੇਗਾ ਉਹਨੂੰ ਪਤਾ ਹੋਵੇਗਾ, ਮਨੁੱਖ ਵਿੱਚ ਸੁਰਤੀ ਹੈ, ਮਨੁੱਖ ਵਿੱਚ ਗਿਆਤ ਹੈ। ਮਨੁੱਖ ਜਪੇਗਾ ਉਹਨੂੰ ਪਤਾ ਵੀ ਸਰਬ ਥਾਂ ਹੀ ਉਹ ਰਮਿਆ ਹੋਇਆ, ਇਹਦਾ ਮਤਲਬ ਹੈ ਰਾਮ। ਤੋਤੇ ਨੂੰ ਤਾਂ ਨਹੀਂ ਨਾ ਪਤਾ। ਹੁਣ ਕੇਵਲ ਰਸਨਾ ਤੋਂ ਕੋਈ ਪੜ੍ਹੀ ਜਾਵੇ ਤੇ ਪੜ੍ਹ ਪੜ੍ਹ ਕੇ ਕੱਲਾ ਮੁਕਤੀ ਨਹੀਂ ਮਿਲਣੀ ਜੇ ਉਹ ਹਿਰਦੇ ਵਿੱਚ ਨਹੀਂ ਵਸਦਾ। ਇਨ ਪੜ੍ਹਿਆ ਮੁਕਤ ਨਾ ਹੋਈ, ਜੇ ਉਹਦੇ ਮੁਤਾਬਕ ਆਪਣਾ ਜੀਵਨ ਨਹੀਂ ਢਾਲਿਆ ਬਣਾਇਆ ਤਾਂ ਪਾਤਸ਼ਾਹ ਕਹਿੰਦੇ ਕੇਵਲ ਪੜ੍ਹਨੇ ਮਾਤਰ ਨਾਲ ਮੁਕਤੀ ਨਹੀਂ ਹੋਣੀ। ਏਕ ਅੱਖਰ ਜੋ ਗੁਰਮੁਖ ਜਾਪੈ, ਤਿਸ ਕੀ ਨਿਰਮਲ ਸੋਈ। ਪਾਤਸ਼ਾਹ ਕਹਿੰਦੇ ਜਿਹੜਾ ਕੋਈ ਇੱਕ ਅੱਖਰ ਵਾਹਿਗੁਰੂ 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 ਜਪੇ, ਸਤਿਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ। ਜਿਹੜਾ ਇਸ ਜਾਪ ਨੂੰ ਜਪੇਗਾ ਭਾਈ ਤਿਸ ਕੀ ਨਿਰਮਲ ਸੋਈ, ਉਹਦਾ ਅੰਤਸ਼ਕਰਨ ਨਿਰਮਲ ਹੋਵੇਗਾ ਔਰ ਉਹਦੀ ਨਿਰਮਲ ਸੋਭਾ ਸੰਸਾਰ ਵਿੱਚ ਪ੍ਰਗਟ ਹੋਵੇਗੀ। ਖੱਤਰੀ ਬ੍ਰਾਹਮਣ ਸੂਦ ਬੈਸ,
ਉਪਦੇਸ ਚਾਹੁ ਬਰ ਨਾ ਕਉ ਸਾਧਾ। ਪੰਜਵੇਂ ਗੁਰਦੇਵ ਜੀ ਫਰਮਾਉਂਦੇ ਐ ਕਿ ਆ ਜਿਹੜਾ ਉਪਦੇਸ਼ ਉੱਪਰ ਤੁਹਾਨੂੰ ਦਿੱਤਾ ਵੀ ਇਹ ਕੱਲਾ ਬ੍ਰਾਹਮਣਾਂ ਲਈ ਜਾਂ ਕੱਲਾ ਖੱਤਰੀਆਂ ਲਈ ਜਾਂ ਸ਼ੂਦਰਾਂ ਜਾਂ ਵੈਸ਼ਾਂ ਲਈ ਨਹੀਂ, ਇਹ ਚਾਰਾਂ ਵਰਣਾਂ ਲਈ ਸਾਂਝਾ ਉਪਦੇਸ਼ ਹੈ। ਆਮ ਕਰਕੇ ਸਮਾਜ ਵਿੱਚ ਬ੍ਰਾਹਮਣਾਂ ਲਈ ਹੋਰ ਉਪਦੇਸ਼ ਹੈ, ਖੱਤਰੀਆਂ ਲਈ ਹੋਰ ਹੈ, ਸ਼ੂਦਰਾਂ ਲਈ ਹੋਰ ਹੈ, ਵੈਸ਼ਾਂ ਲਈ ਹੋਰ ਹੈ। ਪਰ ਇੱਥੇ ਚਾਰਾਂ ਵਰਣਾਂ ਵਾਸਤੇ ਮਹਾਰਾਜ ਜੀ ਕਹਿੰਦੇ ਇੱਕੋ ਜਿਹਾ ਤੇ ਚਾਰਾਂ ਵਰਣਾਂ ਲਈ ਇਹ ਸਾਂਝਾ ਉਪਦੇਸ਼ ਹੈ। ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮਹਿ ਘਟ ਘਟ ਨਾਨਕ ਮਾਝਾ। ਇਹ ਚਾਰਾਂ ਵਰਣਾਂ ਲਈ ਸਾਂਝਾ ਉਪਦੇਸ਼ ਹੈ ਕਿ ਜਿਹੜਾ ਕੋਈ ਗੁਰੂ ਦੇ ਮੁਖ ਦੁਆਰਾ ਨਾਮ ਪ੍ਰਾਪਤ ਕਰਕੇ ਨਾਮ ਜਪੇਗਾ, ਪਾਤਸ਼ਾਹ ਕਹਿੰਦੇ ਉਹ ਇਸ ਕਲਯੁਗ ਵਿੱਚ ਪਾਰ ਉਤਰੇਗਾ, ਭਾਵੇਂ ਉਹ ਖੱਤਰੀ ਹੋਵੇ, ਭਾਵੇਂ ਉਹ ਸ਼ੂਦਰ ਵੈਸ਼ ਤੇ ਬ੍ਰਾਹਮਣ ਹੋਵੇ, ਜਿਹੜਾ ਜਪੇਗਾ ਉਧਰੇਗਾ। ਪਾਤਸ਼ਾਹ ਕਹਿੰਦੇ ਇਹ ਜਾਣ ਕੇ ਜਪੇ ਕਿ ਉਹ ਅਕਾਲ ਪੁਰਖ ਘਟ ਘਟ ਦੇ ਵਿੱਚ ਹੈ। ਘਟ ਘਟ ਨਾਨਕ ਮਾਝਾ, ਮਾਝਾ ਕਹਿੰਦੇ ਆ ਵਿੱਚ, ਉਹ ਘਟ ਘਟ ਦੇ ਵਿੱਚ ਵਸਦਾ। ਇਹ ਜਾਣ ਕੇ ਜਿਹੜਾ ਜਪੇਗਾ ਇਸ ਕਲੀ ਕਾਲ ਵਿੱਚ ਉਹ ਉਧਰੇਗਾ।